कई मेरे बरखिलाफ इन्होंने इदां दे काम किए है कि 50-50 100-100 बंदा मेरे गल भी पवाया इन्हां बंदियां ने। ਪਾਰਟੀ ਤਾਂ ਤੁਹਾਡੀ ਹੋਈ ਆ, ਤੁਸੀਂ ਵੀ ਕਾਂਗਰਸ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੋ, ਤੁਹਾਡੀ ਸੁਣਵਾਈ ਨਹੀਂ ਪਾਰਟੀ ਦੇ ਵਿੱਚ ਫਿਰ? ਕੰਮ ਕਰਨ ਦਾ ਤਰੀਕਾ ਹੈ ਉਹ ਬਿਲਕੁਲ ਬਹੁਤ ਭੱਦਾ ਹੈ ਤੇ ਬਹੁਤ ਮਾੜਾ ਹੈ ਤੇ ਬਹੁਤ ਧੱਕੇਸ਼ਾਹੀ ਵਾਲਾ ਹੈ, ਜੋ ਮੈਂ ਪਸੰਦ ਨਹੀਂ ਕਰਦਾ। ਜਿਉਂ 75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਇਹਨਾਂ ਨੇ ਸਾਡਾ ਪਿੰਡ ਗੁਲਾਮ ਹੀ ਕਰਕੇ ਰੱਖਿਆ ਹੈ। ਮੈਂ ਸੱਚਾਈ ਬੋਲਦਾ, ਸੱਚ ਕਹਿਣਾ, ਇਹ ਸੱਚ ਨੂੰ ਦਬਾਉਣਾ ਚਾਹੁੰਦਾ ਹੈ ਤੇ ਹੁਣ ਮੇਰੇ ਤੇ ਜਿਹੜੀ ਇਹ ਪਰਚਿਆਂ ਦੀ ਰਾਜਨੀਤੀ ਕਰ ਰਿਹਾ ਹੈ। 60 ਸਾਲ ਦੇ ਕਰੀਬ ਉਮਰ ਹੈ, ਮੇਰੇ ਬੱਚੇ ਨੇ ਕਿ ਮੈਂ ਐਡਾ ਹੀ ਹੋ ਗਿਆ ਕਿ ਮੈਂ ਇੱਕ ਲੇਡੀ ਨੂੰ ਬਾਰ-ਬਾਰ ਛੇੜੀ ਜਾਣਾ। ਮੇਰੀ ਪਿੰਡ 'ਚ ਪੂਰੀ ਇਨਕੁਆਇਰੀ ਕੀਤੀ ਜਾਵੇ। ਕੀ ਸੁਖਪਾਲ ਸਿੰਘ ਖਹਿਰਾ ਕੋਈ ਗਵਾਹ ਬਣੇ ਨੇ ਇਹਦੇ 'ਚ? ਗਵਾਹ ਉਹਨੂੰ ਕੀ ਲੋੜ ਜੀ ਬਣਦੀ? ਇਹਦੇ ਨੌਕਰ ਨੇ ਜਿਹੜੇ, ਉਹ ਗਵਾਹ ਬਣਦੇ ਨੇ ਕੁਲਵੀਰ ਖਹਿਰੇ ਦੇ, ਉਹ ਨਾਲ ਲੈ ਕੇ ਗਵਾਹ ਜਾਂਦਾ ਹੈ। ਤੁਸੀਂ ਦੱਸ ਰਹੇ ਹੋ ਕਾਫੀ ਪੁਰਾਣਾ ਚੱਲਦਾ ਆ ਰਿਹਾ, ਇਹ ਸਿਆਸੀ ਲੜਾਈ ਤੁਹਾਡੀ ਕਿ ਪਿੰਡ ਦੀ ਕਿ ਜਾਂ ਨਿੱਜੀ ਲੜਾਈ ਹੈ ਕੋਈ ਪਿੰਡ ਦੀ? ਦੇਖੋ ਜੀ, ਸਾਡੀ ਇਹ ਸਿਆਸੀ ਲੜਾਈ ਹੈ। ਇਦਾਂ ਹੀ ਇਹ ਸਾਨੂੰ ਧੱਕੇਸ਼ਾਹੀ ਕਰਦਾ ਰਿਹਾ ਤੇ ਫਿਰ ਅਸੀਂ ਇਹਨੂੰ ਹਰਾਵਾਂਗੇ, ਸਾਨੂੰ ਜੋ ਮਰਜ਼ੀ ਕਰ। ਸੁਖਪਾਲ ਸਿੰਘ ਖਹਿਰਾ ਦੇ ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੇ ਹੀ ਹਲਕੇ ਭੁਲੱਥ ਤੋਂ ਕਾਂਗਰਸੀ ਵਰਕਰ ਲਗਾਤਾਰ ਸੁਖਪਾਲ ਸਿੰਘ ਖਹਿਰਾ ਤੇ ਸਵਾਲ ਖੜੇ ਕਰ ਰਹੇ ਨੇ। ਅੱਜ ਸੁਖਪਾਲ ਸਿੰਘ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਤੋਂ ਕੁਝ ਕਾਂਗਰਸੀ ਵਰਕਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਕਰਕੇ ਸੁਖਪਾਲ ਸਿੰਘ ਖਹਿਰਾ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ ਨੇ। ਕੁਝ ਵਰਕਰ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਆ। ਬਾਈ ਜੀ, ਕੀ ਨਾਮ ਹੈ ਤੁਹਾਡਾ ਤੇ ਕੀ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਨੇ ਸੁਖਪਾਲ ਖਹਿਰਾ ਤੇ? ਸਭ ਤੋਂ ਪਹਿਲਾਂ ਮੈਂ ਤੁਹਾਡਾ ਜੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਪਾਲ ਸਿੰਘ ਖਹਿਰਾ ਮੇਰੇ ਪਿੰਡ ਰਾਮਗੜ੍ਹ ਦਾ। ਮੈਂ ਜਥੇਦਾਰ ਜੀਤ ਸਿੰਘ, ਜੋ ਕਿ 2003 ਤੋਂ ਇਹ ਮੇਰੀ ਸੱਚਾਈ ਦੀ ਆਵਾਜ਼ ਨੂੰ ਦਬਾਉਂਦਾ ਆ ਰਿਹਾ। ਇਹ ਬੰਦਾ ਚਾਹੁੰਦਾ ਹੈ ਕਿ ਜਥੇਦਾਰ ਜੀਤ ਸਿੰਘ ਮੇਰੇ ਨਾਲ ਆ ਕੇ ਕੰਮ ਕਰੇ, ਪਰ ਇਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਬਿਲਕੁਲ ਬਹੁਤ ਭੱਦਾ ਹੈ ਤੇ ਬਹੁਤ ਮਾੜਾ ਹੈ ਤੇ ਬਹੁਤ ਧੱਕੇਸ਼ਾਹੀ ਵਾਲਾ ਹੈ, ਜੋ ਮੈਂ ਪਸੰਦ ਨਹੀਂ ਕਰਦਾ। ਕਿਉਂਕਿ ਮੇਰੇ ਪਿੰਡ ਦਾ ਇਹਨਾਂ ਨੇ ਜਿਉਂ 75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਇਹਨਾਂ ਨੇ ਸਾਡਾ ਪਿੰਡ ਗੁਲਾਮ ਹੀ ਕਰਕੇ ਰੱਖਿਆ ਹੈ। ਉਹ ਪੁੱਛੋ ਕਿਉਂ? ਕਿਉਂਕਿ ਇਹਨਾਂ ਨੇ ਅੱਜ ਤੱਕ ਇਹਨਾਂ ਦੇ ਹੱਥ ਸਰਪੰਚੀ ਰਹੀ ਆ। ਸਾਡੇ ਪਿੰਡ ਦਾ ਕੋਈ ਵਿਕਾਸ ਇੱਕ ਪੈਸੇ ਦਾ ਵੀ ਨਹੀਂ ਹੋਇਆ, ਜਾ ਕੇ ਭਾਵੇਂ ਕੋਈ ਵੀ ਅਫਸਰ ਸਾਹਿਬਾਨ ਚੈੱਕ ਕਰ ਲਵੇ। ਇਸੇ ਕਰਕੇ ਐਕਾਂ ਅਸੀਂ ਇਹਦੀ ਚਾਚੀ ਨੂੰ ਹਰਾ ਕੇ ਤੇ ਅਸੀਂ ਆਪਣਾ ਸਰਪੰਚ ਬਣਾਇਆ। ਹੁਣ ਜੇ ਅਸੀਂ ਵਿਕਾਸ ਕਰਦੇ ਹਾਂ, ਸਾਡਾ ਸਰਪੰਚ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਵੀ ਦਬਾਉਂਦਾ ਹੈ ਤੇ ਮੈਨੂੰ ਵੀ ਦਬਾਉਂਦਾ ਹੈ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਜਿਹੜਾ ਵੀ ਕੰਮ ਹੈ ਕੋਈ, ਉਹ ਇਨਸਾਨੀਅਤ ਦੇ ਨਾਤੇ ਵਿਕਾਸ ਵਧੀਆ ਹੋਵੇ, ਹਰ ਇੱਕ ਬੰਦੇ ਦਾ ਭਲਾ ਹੋਵੇ। ਜੋ ਸਰਕਾਰੀ ਰੀਤੀਆਂ ਨੇ, ਨੀਤੀਆਂ ਨੇ, ਉਹ ਹਰ ਗਰੀਬ ਤੱਕ ਪਹੁੰਚਣ। ਜੋ ਕਾਂਗਰਸ ਸਰਕਾਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗ੍ਰਾਂਟਾਂ ਦੇ ਕੇ ਤੇ ਪਿੰਡਾਂ ਦਾ ਵਿਕਾਸ ਕਰ ਰਹੀ ਹੈ, ਪਰ ਇਹ ਚਾਹੁੰਦਾ ਕਿ ਪਿੰਡ ਦਾ ਵਿਕਾਸ ਨਾ ਹੋਵੇ। ਅਸੀਂ ਇਹਦੇ ਵਰਖਿਲਾਫ ਇਸੇ ਕਰਕੇ ਆ ਕਿ ਇਹ ਪਿੰਡ ਦਾ ਵਿਕਾਸ ਨਹੀਂ ਹੋਣ ਦਿੰਦਾ। ਸਿਰਫ ਕਹਿੰਦਾ ਕਿ ਮੈਂ ਆਪਣਾ ਵਿਕਾਸ ਹੀ ਕਰਾਂ ਤੇ ਪਿੰਡ ਦਾ ਕੋਈ ਵਿਕਾਸ ਨਾ ਹੋਵੇ। ਧੱਕੇਸ਼ਾਹੀ ਕਿੱਦਾਂ ਦੀ ਹੁੰਦੀ ਆ? ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ ਕਿ ਸੁਖਪਾਲ ਸਿੰਘ ਖਹਿਰਾ ਧੱਕੇਸ਼ਾਹੀ ਕਰ ਰਹੇ ਨੇ। ਧੱਕੇਸ਼ਾਹੀ ਕਿੱਦਾਂ ਦੀ ਕਰ ਰਹੇ ਤੁਹਾਡੇ ਨਾਲ? ਧੱਕੇਸ਼ਾਹੀ ਦੇਖੋ ਜੀ, ਪਹਿਲਾਂ ਤੇ ਇਹਨਾਂ ਨੇ 2003 ਦੇ ਵਿੱਚ ਇਹਦਾ ਚਾਚਾ ਕੁਲਵੀਰ ਸਿੰਘ ਖਹਿਰਾ, ਜਿਹੜਾ ਇਹਨੇ ਅੱਗੇ ਲਾਇਆ ਹੋਇਆ, ਉਹਨੂੰ ਮੋਹਰਾ ਬਣਾਇਆ ਹੋਇਆ। ਉਹਨੂੰ ਦੱਸ ਦਿੰਦਾ ਵੀ ਤੂੰ ਫਲਾਣੇ ਬੰਦੇ ਨੂੰ ਐਦਾਂ ਕੈਪਚਰ ਕਰ ਜਾਂ ਉਹਨੂੰ ਦਬਾ ਤੇ ਉਹ ਆਪਣੇ ਨਾਲ ਜਿੱਦਾਂ ਮਰਜ਼ੀ ਮਿਲਾ, ਆਪ ਸਾਹਮਣੇ ਨਹੀਂ ਆਉਂਦਾ। ਉਸ ਬੰਦੇ ਨੂੰ ਉਹਨੇ ਰੱਖਿਆ ਹੋਇਆ, ਜਿਹਦੀ ਐਕਾਂ ਘਰ ਵਾਲੀ ਅਸੀਂ ਹਰਾਈ। ਉਹ ਸੁਖਪਾਲ ਖਹਿਰੇ ਦੀ ਚਾਚੀ ਸੀਗੀ, ਜਿਹਦੇ ਵਿੱਚ ਇਹ ਪੋਲਿੰਗ ਏਜੰਟ ਬੈਠਾ ਹੈ। ਉਹਦੇ ਨਾਲ ਇੰਨਾ ਉਹਨਾਂ ਦਾ ਰਿਸ਼ਤੇਦਾਰੀ ਹੈ, ਜਿਹੜਾ ਪੋਲਿੰਗ ਏਜੰਟ ਬੈਠ ਗਿਆ ਆ ਕੇ ਉਹਦੇ ਵਿੱਚ ਵੋਟਾਂ ਦੇ ਵਿੱਚ। ਉਸ ਤੋਂ ਵੱਡਾ ਪਿਆਰ ਕੀ ਹੋ ਸਕਦਾ, ਰਿਸ਼ਤੇਦਾਰੀ ਕੀ ਵੱਡੀ ਹੋ ਸਕਦੀ ਹੈ? ਇੱਕ MLA, ਇਹ ਪਹਿਲਾ ਰਿਕਾਰਡ ਹੈ ਵਰਲਡ ਦੇ ਵਿੱਚ ਕਿ ਇੱਕ MLA ਸਾਡੇ ਨਾਲ ਆ ਕੇ ਪੋਲਿੰਗ ਏਜੰਟ ਬੈਠਾ ਹੈ ਤੇ ਅਸੀਂ ਉਸ ਸਰਪੰਚੀ ਦੇ ਵਿੱਚ ਵੀ ਇਹਨੂੰ ਹਰਾਇਆ। ਫਿਰ ਅਸੀਂ ਇਹਦਾ ਡਰੱਗ ਕੇਸ ਇੱਕ ਚੱਲਦਾ ਦੇਬੀ, ਬਲਦੇਵ ਸਿੰਘ ਦੇਬੀ ਨਾਲ, ਤੇ ਉਹਦੇ ਵਿੱਚ ਮੇਰੀ ਗਵਾਹੀ ਹੈ। ਕਿਉਂਕਿ ਇਹ ਉਸ ਦੀ ਵੀ ਰੰਜਿਸ਼ ਰੱਖਦਾ ਕਿ ਇਹਨੇ ਗਵਾਹੀ ਵੀ ਦਿੱਤੀ ਹੈ, ਸਰਪੰਚੀ ਵੀ ਹਰਾਈ ਹੈ। ਪਿੰਡ ਦੇ ਵਿੱਚ ਇਹ ਮੇਰੇ ਵਰਖਿਲਾਫ ਬੋਲਦਾ ਤੇ ਮੈਂ ਸੱਚਾਈ ਬੋਲਦਾ, ਸੱਚ ਕਹਿਣਾ। ਇਹ ਸੱਚ ਨੂੰ ਦਬਾਉਣਾ ਚਾਹੁੰਦਾ ਤੇ ਹੁਣ ਮੇਰੇ ਤੇ ਜਿਹੜੀ ਇਹ ਪਰਚਿਆਂ ਦੀ ਰਾਜਨੀਤੀ ਕਰ ਰਿਹਾ,
2003 ਤੋਂ ਇਹਦੀ ਸ਼ੁਰੂ ਹੈ। ਇਹਨੇ 2006 ਦੇ ਵਿੱਚ ਬਾਹਰੋਂ ਐਸਸੀ ਇੱਕ ਬੰਦਾ ਲਿਆ ਕੇ ਤੇ ਮੇਰੇ ਤੇ ਐਸਟੀ ਐਕਟ ਦਾ ਪਰਚਾ ਦਰਜ ਕਰਾਇਆ ਸੀ। ਉਦੋਂ ਇਹਦਾ ਪੇ ਜਿੰਦਾ ਸੀ। ਇਹਦਾ ਪੇ ਕਹਿੰਦਾ ਹੁਣ ਜਥੇਦਾਰ ਜੀਤ ਸਿੰਘ ਕਿੱਥੇ ਜਾਊਗਾ, ਪਰ ਜਿਹਦਾ ਰੱਬ ਰਾਖਾ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ। ਕਹਿੰਦੇ ਫਿਰ ਮੇਰੀ ਜ਼ਮਾਨਤ ਹਾਈ ਕੋਰਟ ਦੇ ਵਿੱਚੋਂ ਹੋਈ ਸੀ, ਮੈਨੂੰ ਕੁਝ ਨਹੀਂ ਹੋਇਆ। ਫਿਰ ਇਹਨਾਂ ਨੇ ਮੇਰੇ ਤੇ ਦਬਾਅ ਬਣਾ ਕੇ ਰੱਖਿਆ। ਪੁਲਿਸ ਨੂੰ ਵਾਰ-ਵਾਰ ਫੋਨ ਕਰਦੇ ਨੇ ਕਿ ਜਥੇਦਾਰ ਜੀਤ ਸਿੰਘ ਨੂੰ ਚੱਕ ਕੇ ਅੰਦਰ ਕਰੋ ਤੇ ਜਾਂ ਮੇਰੇ ਨਾਲ ਲਿਆ ਕੇ ਬਿਠਾਓ। ਇਹ ਇਦਾਂ ਦੀ ਰਾਜਨੀਤੀ ਕਰਦਾ। ਹੁਣ ਇਹਨੇ ਫਿਰ ਇੱਕ ਹੀ ਲੇਡੀ ਕਮਲਜੀਤ ਕੌਰ, ਜਿਹਦਾ ਘਰ ਵਾਲਾ ਅਮਰੀਕ ਸਿੰਘ ਹੈ, ASI 36 ਬਟਾਲੀਅਨ PAP ਜਲੰਧਰ ਦਾ, ਉਹਦੇ ਸਿਰ ਦੇ ਉੱਤੇ ਉਹਨੇ ਪਤਾ ਨਹੀਂ ਕਿਹੜੀ ਕਿਤਾਬ ਪੜ੍ਹਾਈ ਹੈ, ਕਿਹੜੇ ਕਾਨੂੰਨ ਦਾ ਉਹਨੂੰ ਪਤਾ ਹੈ ਕਿ 2 ਪਰਚੇ ਪਹਿਲਾਂ ਮੇਰੇ ਤੇ ਸੇਮ ਕਰਵਾਏ ਨੇ 354 ਦੇ। ਸੇਮ ਹੀ ਉਹਨਾਂ ਦੇ ਹੈਗੇ ਨੇ ਬਿਆਨ, ਸੇਮ ਹੀ ਉਹਨਾਂ ਦੇ ਗਵਾਹ। ਤੇ ਹੁਣ ਫਿਰ ਸੇਮ ਹੀ ਇੱਕ ਹੋਰ ਮੇਰੇ ਤੇ ਦਰਖਾਸਤ ਦੇਤੀ ਹੈ ਕਿ ਇੱਕ ਹੋਰ ਪੁਲਿਸ ਨੂੰ ਬਾਰ-ਬਾਰ ਫੋਨ ਕਰਦਾ ਹੈ, ਉਹ ਤੇ ਦਬਾਅ ਪਾਉਂਦਾ ਹੈ ਕਿ ਜਥੇਦਾਰ ਜੀਤ ਸਿੰਘ ਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰੋ। ਪਰ ਮੈਂ ਇਸੇ ਤਰ੍ਹਾਂ ਉਹਦੇ ਨਾਲ ਕਦੀ ਬੈਠਾਂਗਾ ਨਹੀਂ, ਭਾਵੇਂ ਮੈਨੂੰ ਜਿਹੜੀ ਮਰਜ਼ੀ ਕੁਰਬਾਨੀ ਦੇਣੀ ਪਵੇ। ਕਿ ਇੱਕ ਹੀ ਲੇਡੀ ਹੈ ਜਿਹਨੂੰ ਮੈਂ ਬਾਰ-ਬਾਰ ਛੇੜਦਾ? ਮੇਰੀ ਚਿੱਟੀ ਦਾੜੀ ਹੈ, 60 ਸਾਲ ਦੇ ਕਰੀਬ ਉਮਰ ਹੈ, ਮੇਰੇ ਬੱਚੇ ਨੇ। ਕਿ ਮੈਂ ਐਡਾ ਹੀ ਹੋ ਗਿਆ ਕਿ ਮੈਂ ਇੱਕ ਲੇਡੀ ਨੂੰ ਬਾਰ-ਬਾਰ ਛੇੜੀ ਜਾਂਦਾ? ਮੇਰੀ ਪਿੰਡ 'ਚ ਪੂਰੀ ਇਨਕੁਆਇਰੀ ਕੀਤੀ ਜਾਵੇ ਕਿ ਕਿਸੇ ਅੱਜ ਤੱਕ ਮੈਂ ਕੋਈ ਕਿਸੇ ਨਾਲ ਹਰਕਤ ਕੋਈ ਮਾੜੀ ਜਾਂ ਗਲਤ ਲਫ਼ਜ਼ ਜਾ ਕੇ ਇਨਕੁਆਇਰੀ ਕਰੋ। ਜੇ ਮੇਰਾ ਕਸੂਰ 374 ਦਾ ਨਹੀਂ, 354 ਦਾ ਨਹੀਂ, ਮੇਰੇ ਤੇ 302 ਦਾ ਪਰਚਾ ਦਰਜ ਕਰੋ। ਇਹ ਜਿਹੜੇ ਪਰਚੇ ਨੇ ਸੁਖਪਾਲ ਸਿੰਘ ਖਹਿਰਾ ਨੇ ਕਰਵਾਏ ਨੇ? ਇਹ ਸੁਖਪਾਲ ਸਿੰਘ ਖਹਿਰਾ ਕਰਾਉਂਦਾ ਹੈ, ਕਿਉਂਕਿ ਉਹ ਕਿਸੇ ਦੇ ਮੋਢੇ ਤੇ ਧਰ ਕੇ ਹਮੇਸ਼ਾ ਹੀ ਚਲਾਉਂਦਾ ਹੈ, ਆਪਣੇ ਚਾਚੇ ਕੁਲਵੀਰ ਸਿੰਘ ਦੇ ਖਹਿਰੇ ਦੇ ਤੇ ਇਹਦਾ ਕਮਲਜੀਤ ਕੌਰ ਦਾ, ਔਰ ਇਹਦੇ ਨਾਲ ਸਬੰਧ ਅਮਰੀਕ ਸਿੰਘ ASI ਜਿਹੜਾ 36 ਬਟਾਲੀਅਨ PAP ਜਲੰਧਰ ਕੈਂਟ ਦਾ। ਪਰ ਇਹਦੇ 'ਚ ਪ੍ਰੂਫ ਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਕੋਈ ਗਵਾਹ ਬਣੇ ਨੇ ਇਹਦੇ 'ਚ? ਗਵਾਹ ਉਹਨੂੰ ਕੀ ਲੋੜ ਜੀ ਬਣਦੀ? ਜਿਹਨੇ ਮੇਰੇ ਵਰਗੇ ਨੇ ਕੰਮ ਲੈਣਾ ਉਹ ਕਹਿੰਦਾ ਜੀ ਦੱਸੋ ਕੀ ਕਹਿਣਾ, ਮੈਂ ਹੁਣੇ ਕਹਿ ਦੇਣਾ। ਇਹਦੇ ਨੌਕਰ ਨੇ ਜਿਹੜੇ, ਉਹ ਗਵਾਹ ਬਣਦੇ ਨੇ ਕੁਲਵੀਰ ਖਹਿਰੇ ਦੇ। ਉਹ ਨਾਲ ਲੈ ਕੇ ਗਵਾਹ ਜਾਂਦਾ ਕਿ ਇਹਦੇ ਵਰਖਲਾਫ ਗਵਾਹੀ ਦਿਓ। ਜਿਹਨੇ ਕਦੀ ਕੁਝ ਵੇਖਿਆ ਵੀ ਨਹੀਂ ਹੁੰਦਾ, ਉਹ ਜਾ ਕੇ ਜਿਹੜੇ ਜੱਦੀ ਪੁਸ਼ਤੀ ਜਿਹੜੇ ਨੌਕਰ ਨੇ ਕੁਲਵੀਰ ਖਹਿਰੇ ਦੇ, ਉਹ ਜਾ ਕੇ ਗਵਾਹ ਬਣਦੇ ਨੇ। ਜੇ ਪੋਲਿੰਗ ਏਜੰਟ ਬਹਿੰਦਾ ਕੁਲਵੀਰ ਖਹਿਰੇ ਦੀ ਘਰ ਵਾਲੀ ਜਿਤਾਉਣ ਵਾਸਤੇ, ਤੇ ਕੀ ਕੁਲਵੀਰ ਖਹਿਰਾ ਇੱਕ ਉਹ ਆਪਣਾ ਨੌਕਰ ਦੇ ਨਹੀਂ ਸਕਦਾ ਗਵਾਹ ਇਹਦੇ ਹੱਕ ਵਿੱਚ, ਮੈਨੂੰ ਦਬਾਉਣ ਵਾਸਤੇ? ਕਿ ਇਹਦੇ ਕਰਕੇ ਅਸੀਂ ਪਿੰਡ ਦੇ ਵਿੱਚ ਅਸੀਂ ਜਿੱਤਦੇ ਨਹੀਂ, ਇਹਦੇ ਕਰਕੇ ਸਾਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ। ਇਸੇ ਕਰਕੇ ਇਹਦੇ ਕਰਕੇ ਸਾਡਾ ਸਾਰਾ ਨੁਕਸਾਨ ਹੁੰਦਾ ਵਾ ਪਿੰਡ ਦੇ ਵਿੱਚ, ਕਿਉਂਕਿ ਲੋਕੀ ਸਾਥ ਸੱਚਾਈ ਦਾ ਦਿੰਦੇ ਨੇ। ਹੁਣ ਲੋਕੀ ਡਰਦੇ ਨਹੀਂ। ਸੋ ਇਹ ਜਿਹੜੇ ਗਲਤ ਕੰਮ ਕਰਦਾ, ਇਹ ਗਲਤ ਕੰਮਾਂ ਦੇ ਨਾਲ ਇਹ ਜਿਹੜਾ ਅਸੀਂ ਇਹਦੇ ਨਾਲ ਬਿਲਕੁਲ ਅਸੀਂ ਕੋਈ। ਅੱਛਾ, ਇਹ ਪਰਚਿਆਂ ਦਾ ਸਿਲਸਿਲਾ ਤੁਸੀਂ ਦੱਸ ਰਹੇ ਹੋ ਕਾਫੀ ਪੁਰਾਣਾ ਚੱਲਦਾ ਆ ਰਿਹਾ। ਇਹ ਸਿਆਸੀ ਲੜਾਈ ਤੁਹਾਡੀ ਕਿ ਪਿੰਡ ਦੀ, ਕਿ ਜਾਂ ਨਿੱਜੀ ਲੜਾਈ ਹੋ ਕੋਈ ਪਿੰਡ ਦੀ? ਦੇਖੋ ਜੀ, ਸਾਡੀ ਇਹ ਸਿਆਸੀ ਲੜਾਈ ਹੈ, ਕਿਉਂਕਿ ਇਹਦੇ ਜਿਹੜੇ ਪਿਓ ਨੇ ਪਹਿਲਾਂ ਨਾਅਰਾ ਮਾਰਿਆ ਸੀ ਖਾਲਿਸਤਾਨ ਦਾ। ਅਸੀਂ ਛੋਟੇ ਸੀ, ਖਾਲਿਸਤਾਨ ਦਾ ਨਾਅਰਾ ਮਾਰ ਕੇ ਤੇ ਆਪ ਇਹ ਅੰਡਰਗਰਾਊਂਡ ਹੋ ਗਿਆ ਸੀ ਆਪਣੇ ਨੂੰ ਸੁਖਪਾਲ ਨੂੰ ਲੈ ਕੇ, ਤੇ ਸਾਰੀ ਦੁਨੀਆ ਦੇ ਜੋ ਨੌਜਵਾਨ ਬੱਚੇ ਮਰਵਾਤੇ ਸੀ ਖਾਲਿਸਤਾਨ ਦੇ ਨਾਅਰੇ ਨੇ। ਅਸੀਂ ਨਹੀਂ ਕਹਿੰਦੇ ਨਾ ਮਾਰੋ ਕੋਈ ਵੀ ਨਾਅਰਾ, ਜਿਹਦੇ ਨਾਲ ਤੁਰੇ ਆ ਉਹਦਾ ਫਿਰ ਪੂਰਾ ਸਾਥ ਦਿਓ। ਜੇ ਖਾਲਿਸਤਾਨ ਦਾ ਨਾਅਰਾ ਮਾਰਿਆ ਤੇ ਫਿਰ ਉਹ ਖੜੋ ਉੱਥੇ। ਆਪ ਫਿਰ ਤੁਸੀਂ ਅੰਡਰਗਰਾਊਂਡ ਹੋ ਗਏ ਤੇ ਲੋਕਾਂ ਦੇ ਨਿਆਣੇ ਮਰਾਤੇ ਹੈਂ। ਹੁਣ ਵੀ ਉਹੀ ਗੱਲ, ਪਹਿਲਾਂ CM ਹਰ ਜਗ੍ਹਾ ਜਿੱਥੇ ਆਮ ਪਾਰਟੀ ਗਿਆ ਮੈਂ CM ਬਣਨਾ, ਫਿਰ ਹੁਣ ਮਜ਼ਦੂਰ ਉੱਥੇ ਖੜੇ ਨੇ ਆਪਣੇ ਕਿਸਾਨ, ਉੱਥੇ CM ਵਾਸਤੇ ਗਿਆ ਹੈਂ। ਉੱਥੋਂ ਵੀ ਸਾਰਾ ਕੁਝ ਆਪਣੀ ਪਾਰਟੀ ਬਣਾਈ CM ਵਾਸਤੇ, ਉੱਥੋਂ ਵੀ ਕੋਈ ਨਹੀਂ ਹੈਂ। ਮੋੜ ਘੁੱਟ ਖੋਤੀ ਬੋਰਡ ਥੱਲੇ ਹੈਂ, ਫਿਰ ਆਪਣਾ ਹੀ ਹਲਕਾ ਕੰਮ ਆਇਆ। ਤੇ ਮੇਰਾ ਮਤਲਬ ਕਹਿਣ ਦਾ ਇਹ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ, ਕਿਸੇ ਦਾ ਕੋਈ ਵੀ ਜਾਨੀ ਵੀ ਨੁਕਸਾਨ ਕਰ ਸਕਦਾ, ਮਾਲੀ ਵੀ ਨੁਕਸਾਨ ਕਰ ਸਕਦਾ, ਜਿਵੇਂ ਮੇਰਾ ਕੀਤਾ ਇਸ ਬੰਦੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰ ਰਿਹਾ, ਔਰ ਹੋਰ ਵੀ ਕਰ ਸਕਦਾ। ਇਹਨੇ ਮੇਰੇ ਵਰਖਲਾਫ ਇਹਨਾਂ ਨੇ ਇਦਾਂ ਦੇ ਕੰਮ ਕੀਤੇ ਆ ਕਿ 50-50 100-100 ਬੰਦਾ ਮੇਰੇ ਗਲ ਵੀ ਪਵਾਇਆ ਇਹਨਾਂ ਬੰਦਿਆਂ ਨੇ। ਪਾਰਟੀ ਤਾਂ ਤੁਹਾਡੀ ਹੋਈ ਆ, ਤੁਸੀਂ ਵੀ ਕਾਂਗਰਸ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੋ, ਤੁਹਾਡੀ ਸੁਣਵਾਈ ਨਹੀਂ ਪਾਰਟੀ ਦੇ ਵਿੱਚ? ਫਿਰ ਦੇਖੋ ਜੀ, ਸਾਡਾ ਧੜਾ ਲੱਗ ਹੈ। ਮੈਂ ਰਣਜੀਤ ਸਿੰਘ ਰਾਣਾ ਜੀ ਦੇ ਧੜੇ ਦੇ ਨਾਲ ਆ। ਇਹ ਤੋਂ ਪੁਲਿਸ ਅਫਸਰ ਡਰਦੇ ਨੇ, ਸਾਰੇ ਨਹੀਂ ਡਰਦੇ, ਚੰਗੇ ਵੀ ਹੈਗੇ ਨੇ ਜਿਹੜੇ ਇਹਦੀ ਗੱਲ ਨਹੀਂ ਮੰਨਦੇ। ਪਰ ਇਹ ਪੁਲਿਸ ਅਫਸਰਾਂ ਨੂੰ ਕਹਿੰਦਾ ਉਹ ਮੈਂ ਧਰਨਾ ਲਾ ਦੂੰ, ਤੈਨੂੰ ਡਿਸਮਿਸ ਕਰਾ ਦੂੰ, ਤੇ ਮੇਰੇ ਵਰਗੇ ਬਹੁਤੇ ਮਾਤੜ ਉਹ ਨੌਕਰੀ ਵਿਚਾਰੇ ਕਰਕੇ। ਇਹ ਜਿਹੜੀਆਂ ਗੱਲਾਂ ਨੇ ਇਹ ਕਾਂਗਰਸ ਪਾਰਟੀ ਚੋਣ ਤੋਂ ਬਾਅਦ ਦੀਆਂ ਨੇ ਕਿ ਜਾਂ ਪਹਿਲਾਂ ਵੀ ਇਦਾਂ ਹੀ ਸੀਗਾ? ਇਹ ਪਹਿਲਾਂ ਵੀ ਇਦਾਂ ਹੀ ਕਰਦਾ ਰਿਹਾ। ਤਾਂ ਕੀ ਫਿਰ ਇਹਦਾ ਮਤਲਬ ਕਿ ਉਦੋਂ ਤੱਕ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਸੀਗੇ? ਕਾਂਗਰਸ ਦੇ ਮੌਜੂਦਾ ਤਾਂ ਉਦੋਂ ਰਣਜੀਤ ਸਿੰਘ ਰਾਣਾ ਹੀ ਸੀਗੇ, ਰਾਣੇ ਨਾਲੋਂ ਵੱਧ ਫਿਰ ਸੁਖਪਾਲ ਖਹਿਰਾ ਦੀ ਚੱਲਦੀ ਰਹੀ ਹਲਕੇ 'ਚ? ਬਿਲਕੁਲ ਚੱਲਦੀ ਰਹੀ, ਕਿਉਂਕਿ ਇਹਦੇ ਨਾਲ ਗੱਠ ਜੋੜ ਕਈਆਂ ਮੰਤਰੀਆਂ ਦਾ ਕਾਂਗਰਸ ਵਿੱਚ ਵੀ ਤੇ ਅਕਾਲੀਆਂ ਦੇ ਵਿੱਚ ਵੀ, ਇਸੇ ਕਰਕੇ ਆਮ ਬੰਦੇ ਦੀ ਚੱਲਣ ਨਹੀਂ ਦਿੰਦਾ। ਬਾਦਲਾਂ ਵੇਲੇ ਇਹ ਬਾਦਲਾਂ ਦੇ ਜਾ ਕੇ ਕੁਲਵੀਰ ਖਹਿਰਾ ਦੇ ਚਰਨਾਂ ਦੇ ਵਿੱਚ ਡਿੱਗ ਪੈਂਦਾ ਸੀ ਕਿ ਮੈਨੂੰ ਬਚਾ ਲਓ। ਫਿਰ ਸਾਡੀ ਵਰਕਰਾਂ ਦਾ ਨੁਕਸਾਨ ਜਦੋਂ ਉਹਨੂੰ ਬਚਾ ਲਿਆ, ਤੇ ਹੁਣ ਕੈਪਟਨ ਸਾਹਿਬ ਦੇ ਚਰਨਾਂ 'ਚ ਜਾ ਕੇ ਡਿੱਗ ਪਿਆ, ਹੁਣ ਵੀ ਸਾਡਾ ਨੁਕਸਾਨ।
ਹੁਣ ਉਹਨਾਂ ਨੂੰ ਲੀਡਰਾਂ ਨੂੰ ਤਾਂ ਵੱਡਾ ਹੀ ਲੀਡਰ ਚਾਹੀਦਾ ਹੈ। ਸਾਡੀ ਤਾਂ ਵੋਟ ਲੈ ਕੇ MLA ਬਣ ਕੇ ਮੰਤਰੀ ਬਣ ਕੇ ਝੰਡੀਆਂ ਵਾਲੀ ਗੱਡੀ ਤੇ ਘੁੰਮਦੇ ਆ ਤੇ ਜਿਹੜਾ ਨੁਕਸਾਨ ਹੈ ਉਹ ਆਮ ਵਰਕਰ ਦਾ, ਜੋ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਦੇ ਸਿਰ ਤੇ ਜਿੱਤਦੇ ਨੇ ਉਹਨਾਂ ਨੂੰ ਇਹ ਦੱਬਦੇ ਨੇ। ਇਹ ਕੋਈ ਇਹਨਾਂ ਵਾਸਤੇ ਇਨਸਾਨੀਅਤ ਦੀ ਗੱਲ ਨਹੀਂ, ਇਦਾਂ ਨੂੰ ਨਹੀਂ ਕਰਨਾ ਚਾਹੀਦਾ। ਅੱਛਾ, ਇਹ ਜਿਹੜੀ ਪਰਚਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪਰਚਿਆਂ ਦੇ ਨਾਲ ਧਮਕਾਇਆ ਜਾ ਰਿਹਾ, ਇਹ ਤੁਸੀਂ ਰਣਜੀਤ ਸਿੰਘ ਰਾਣਾ ਹੋਣਾ ਕੋਲ ਗੱਲ ਰੱਖੀ ਜਾਂ ਉਹਨਾਂ ਨੇ ਅੱਗੇ ਪਾਰਟੀ ਦੇ ਹਾਈ ਕਮਾਂਡ ਅੱਗੇ ਗੱਲ ਰੱਖੀ ਕਿ ਸਾਡੇ ਵਰਕਰਾਂ ਨੂੰ ਇੱਥੇ ਤੰਗ ਪਰੇਸ਼ਾਨੀ ਹੋ ਰਹੀ ਹੈ? ਹਾਂ, ਮੈਂ ਰਾਣਾ ਜੀ ਨੂੰ ਬੇਨਤੀ ਕੀਤੀ ਹੈ, ਉਹਨਾਂ ਨੇ ਵੀ ਹਾਈ ਕਮਾਂਡ ਤੱਕ ਗੱਲ ਕੀਤੀ ਹੈ ਕਿ ਸੁਖਪਾਲ ਖਹਿਰਾ ਜਿਹੜਾ ਹੈ ਇਹ ਜਿੱਦਣ ਦਾ ਆਇਆ ਹੈ ਇਹ ਉਦਣ ਦਾ ਹੀ ਇਹਨੇ ਜ਼ਿਆਦਾ ਫੂੰ ਚੁੱਕ ਲਈ ਹੈ ਤੇ ਇਹ ਸਾਡੇ ਬੰਦਿਆਂ ਨੂੰ ਤੰਗ ਪਰੇਸ਼ਾਨ ਕਰਦਾ। ਝੂਠੀਆਂ ਦਰਖਾਸਤਾਂ ਝੂਠੇ ਪਰਚੇ ਕਰਾ ਕੇ ਤੇ ਇਹ 'ਤੇ ਕੰਟਰੋਲ ਕੀਤਾ ਜਾਵੇ, ਨਹੀਂ ਤੇ ਵਰਨਾ ਫਿਰ ਨੁਕਸਾਨ ਹੋਏਗਾ ਪਾਰਟੀ ਦਾ ਹੀ। ਅੱਛਾ, ਇੱਕੋ ਪਾਰਟੀ ਤੋਂ ਬਿਲੋਂਗ ਕਰਦੇ ਹੋ, ਚਰਚਾ ਸੁਖਪਾਲ ਸਿੰਘ ਖਹਿਰਾ ਦੀ ਹੈ ਕਿ ਐਤਕੀ ਟਿਕਟ ਉਹਨਾਂ ਨੂੰ ਮਿਲੇਗੀ। ਜੇਕਰ ਉਹਨਾਂ ਨੂੰ ਟਿਕਟ ਮਿਲਦੀ ਤਾਂ ਤੁਸੀਂ ਕਾਂਗਰਸ ਪਾਰਟੀ 'ਚ ਸ਼ਾਮਲ ਰਹੋਗੇ ਫਿਰ? ਦੇਖੋ ਜੀ, ਜੇ ਤੇ ਇਹ ਬੰਦਾ ਬਣ ਗਿਆ ਫਿਰ ਤੇ ਅਸੀਂ ਕਾਂਗਰਸ ਨੂੰ ਹੀ ਵੋਟਾਂ ਪਾਵਾਂਗੇ। ਸੁਖਪਾਲ ਖਹਿਰਾ ਨੂੰ? ਹਾਂ, ਫਿਰ ਅਸੀਂ ਸੁਖਪਾਲ ਖਹਿਰਾ ਨੂੰ ਪਾਵਾਂਗੇ। ਤੇ ਜੇ ਇਹ ਬੰਦਾ ਨਾ ਬਣਿਆ, ਇਦਾਂ ਹੀ ਇਹ ਸਾਨੂੰ ਧੱਕੇਸ਼ਾਹੀ ਕਰਦਾ ਰਿਹਾ ਤੇ ਫਿਰ ਅਸੀਂ ਇਹਨੂੰ ਹਰਾਵਾਂਗੇ, ਸਾਨੂੰ ਜੋ ਮਰਜ਼ੀ ਕਰਨਾ ਪਏ। ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਸੁਖਪਾਲ ਸਿੰਘ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਦੇ ਕਾਂਗਰਸੀ ਵਰਕਰ ਨੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਸੁਖਪਾਲ ਸਿੰਘ ਖਹਿਰਾ ਤੇ ਕਿ ਉਹਨਾਂ ਨੂੰ ਪਰਚਿਆਂ ਦੇ ਨਾਂ ਦੇ ਉੱਪਰ ਜਿਹੜਾ ਧਮਕਾਇਆ ਜਾ ਰਿਹਾ, ਇਸ ਤਰੀਕੇ ਦੀ ਤੰਗੀ ਪਰੇਸ਼ਾਨੀ ਆ ਰਹੀ ਹੈ ਤੇ ਸਾਫ਼ ਤੌਰ ਤੇ ਕਿਹਾ ਕਿ ਜੇਕਰ ਇਹ ਹਾਲਾਤ ਨਾ ਬਦਲੇ ਤਾਂ ਇਹਨਾਂ ਦੇ ਵੱਲੋਂ ਜਿਹੜੀ ਆ ਉਹ ਸੁਖਪਾਲ ਖਹਿਰਾ ਦਾ ਵਿਰੋਧ ਕੀਤਾ ਜਾਵੇਗਾ। ਜੇਕਰ ਸੁਖਪਾਲ ਸਿੰਘ ਖਹਿਰਾ ਇਹਨਾਂ ਦੇ ਹਾਲਾਤਾਂ ਤੋਂ ਬਦਲਦੇ ਨੇ ਜਾਂ ਇਹਨਾਂ ਦੇ ਨਾਲ ਸਹੀ ਚੱਲਦੇ ਨੇ ਤਾਂ ਹੀ ਇਹ ਕਾਂਗਰਸ ਦੇ ਵਿੱਚ ਰਹਿ ਕੇ ਸਪੋਰਟ ਕਰਨਗੇ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।